ਪਿਆਰੇ ਵਿਦਿਆਰਥੀਓ, ਆਪ ਸਭ ਦਾ ਸਵਾਗਤ ਹੈ ਅੱਜ ਦੇ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਵਿਸ਼ੇ ਦੇ ਸੈਸ਼ਨ ਵਿੱਚ। ਅੱਜ ਆਪਾਂ ਇਤਿਹਾਸ ਸਾਡਾ ਅਤੀਤ ਵਿੱਚੋਂ ਪਾਠ 14 ਦਸਤਕਾਰੀ ਅਤੇ ਉਦਯੋਗ ਦਾ ਅਧਿਐਨ ਕਰਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, ਇਸ ਪਾਠ ਨੂੰ ਅਸੀਂ ਚੰਗੀ ਤਰ੍ਹਾਂ ਅਤੇ ਸੌਖ ਨਾਲ ਸਮਝਣ ਲਈ ਦੋ ਭਾਗਾਂ ਵਿੱਚ ਵੰਡਾਂਗੇ। ਅੱਜ ਦੇ ਇਸ ਭਾਗ 1 ਵਿੱਚ ਆਪਾਂ ਭਾਰਤ ਵਿੱਚ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ ਅਤੇ ਆਧੁਨਿਕ ਭਾਰਤੀ ਉਦਯੋਗ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤੇ ਆਓ ਆਪਾਂ ਜਾਣਦੇ ਹਾਂ ਸਾਡੇ ਲਘੂ ਉਦਯੋਗਾਂ ਬਾਰੇ। ਸੋ ਲਘੂ ਉਦਯੋਗ ਉਹ ਉਦਯੋਗ ਜਾਂ ਕਾਰਖਾਨੇ ਜਿਨ੍ਹਾਂ ਵਿੱਚ ਸਾਲ 1997 ਅਨੁਸਾਰ 25 ਲੱਖ ਤੋਂ 3 ਕਰੋੜ ਤੱਕ ਦਾ ਪੂੰਜੀ ਨਿਵੇਸ਼ ਹੋਇਆ ਹੋਵੇ, ਭਾਵ ਕਿ ਜਿਸ ਵਿੱਚ ਘੱਟੋ ਘੱਟ 25 ਲੱਖ ਅਤੇ ਵੱਧ ਤੋਂ ਵੱਧ 3 ਕਰੋੜ ਦੀ ਪੂੰਜੀ ਲਗਾਈ ਗਈ ਹੋਵੇ, ਉਹਨਾਂ ਨੂੰ ਲਘੂ ਉਦਯੋਗ ਕਹਿੰਦੇ ਹਨ, ਭਾਵ ਕਿ ਛੋਟੇ ਉਦਯੋਗ ਕਹਿੰਦੇ ਹਨ। ਇਹਨਾਂ ਉਦਯੋਗਾਂ ਵਿੱਚ ਲੱਖਾਂ ਹੀ ਮਜ਼ਦੂਰ ਕੰਮ ਕਰਦੇ ਹਨ, ਪਰ ਮਸ਼ੀਨਾਂ ਦਾ ਸਮਾਂ ਆਇਆ ਤਾਂ ਇਹ ਲਘੂ ਉਦਯੋਗ ਉਹਨਾਂ ਮਸ਼ੀਨਾਂ ਨਾਲ ਬਣੀਆਂ ਚੀਜ਼ਾਂ ਦਾ ਮੁਕਾਬਲਾ ਨਾ ਕਰ ਸਕੇ, ਭਾਵ ਕਿ ਜੋ ਉਦਯੋਗਾਂ ਦੇ ਵਿੱਚ ਮਸ਼ੀਨਾਂ ਨਾਲ ਬਣਾਇਆ ਗਿਆ ਸਮਾਨ ਸੀ, ਉਹ ਲਘੂ ਉਦਯੋਗਾਂ ਵਿੱਚ ਬਣਦੇ ਜੋ ਕਿ ਹੱਥੀਂ ਸਮਾਨ ਤਿਆਰ ਹੁੰਦਾ ਸੀ, ਉਹਨਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਦੇ ਕਈ ਕਾਰਨ ਸਨ ਜਿਨ੍ਹਾਂ ਕਰਕੇ ਲਘੂ ਉਦਯੋਗਾਂ ਦਾ ਪਤਨ, ਭਾਵ ਕਿ ਖਾਤਮਾ ਹੋਣਾ ਸ਼ੁਰੂ ਹੋਇਆ। ਇਸ ਭਾਗ ਵਿੱਚ ਆਪਾਂ ਇਹ ਜਾਣਕਾਰੀ ਪ੍ਰਾਪਤ ਕਰਾਂਗੇ। ਦੇਖੋ, ਆਪਾਂ ਨੂੰ ਤਸਵੀਰਾਂ ਵਿੱਚ ਵੀ ਦਿਖਾਇਆ ਗਿਆ ਕਿ ਕੁਝ ਸਿਲਾਈ ਕਰ ਰਹੇ ਹਨ ਅਤੇ ਇੱਕ ਇਨਸਾਨ ਹੱਥ ਨਾਲ ਕੱਪੜਾ ਬੁਣ ਰਿਹਾ ਹੈ। ਸੋ ਇਹ ਤਸਵੀਰਾਂ ਵੀ ਸਾਡੇ ਪ੍ਰਸ਼ਨਾਂ ਨੂੰ ਹੱਲ ਕਰਨ ਅਤੇ ਸਾਨੂੰ ਇਸ ਪਾਠ ਨੂੰ ਸਮਝਣ ਵਿੱਚ ਮਦਦਗਾਰ ਹਨ। ਸੋ ਜਿਹੜੇ ਸਾਨੂੰ ਪ੍ਰਸ਼ਨ ਪੁੱਛੇ ਜਾਂਦੇ ਹਨ ਸਾਡੇ ਲਰਨਿੰਗ ਆਊਟਕਮ ਦੇ, ਉਸ 'ਤੇ ਵੀ ਆਧਾਰਿਤ ਹਨ। ਸੋ ਇਹਨਾਂ ਨੂੰ ਵੀ ਆਪਾਂ ਧਿਆਨ ਵਿੱਚ ਰੱਖਣਾ ਹੈ। ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸਨ, ਭਾਵ ਕਿ ਉਹਨਾਂ ਦਾ ਉਜਾੜਾ ਕਿਉਂ ਹੋ ਗਿਆ, ਉਹ ਖਤਮ ਕਿਉਂ ਹੌਲੀ ਹੌਲੀ ਹੋ ਗਏ। ਹੁਣ ਆਪਾਂ ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਬੱਚਿਓ ਜਾਣੀਏ। ਇਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਹੈ ਦੇਸੀ ਰਿਆਸਤਾਂ ਦੀ ਸਮਾਪਤੀ। ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਇਸ ਕਰਕੇ ਲਘੂ ਉਦਯੋਗਾਂ ਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਇਹਨਾਂ ਰਿਆਸਤਾਂ ਦੇ ਰਾਜੇ, ਮਹਾਰਾਜੇ ਅਤੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੀ ਪ੍ਰਜਾ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਹੀ ਵਰਤੋਂ ਕਰਦੇ ਸਨ। ਸੋ ਬੱਚਿਓ, ਅੰਗਰੇਜ਼ਾਂ ਦੇ ਆਉਣ ਨਾਲ ਛੋਟੀਆਂ ਦੇਸੀ ਰਿਆਸਤਾਂ ਖਤਮ ਹੋ ਗਈਆਂ, ਭਾਵ ਜਿਹੜੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਰਾਜੇ ਬਣੇ ਹੋਏ ਲੋਕ ਸੀ, ਉਹ ਅੰਗਰੇਜ਼ਾਂ ਨੇ ਖਤਮ ਕਰਕੇ ਆਪਣੇ ਨਾਲ ਮਿਲਾ ਲਏ ਅਤੇ ਉੱਥੋਂ ਦਾ ਫਿਰ ਉਦਯੋਗ ਵੀ ਪ੍ਰਭਾਵਿਤ ਹੋਇਆ। ਲੋਕੀ ਜੋ ਹੱਥੀਂ ਕੰਮ ਕਰਦੇ ਸੀ, ਆਪਣੇ ਗੁਜ਼ਾਰੇ ਜੋਗਾ ਆਪ ਉਹ ਉਤਪਾਦਨ ਕਰਦੇ ਸੀ, ਉਹ ਵੀ ਹੌਲੀ ਹੌਲੀ ਫਿਰ ਅੰਗਰੇਜ਼ਾਂ ਦੇ ਰਾਜ ਆਉਣ ਕਰਕੇ ਖਤਮ ਹੋ ਗਿਆ। ਫਿਰ ਇਸ ਦਾ ਦੂਜਾ ਕਾਰਨ ਰਿਹਾ ਕਿ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੁੰਦਾ ਸੀ। ਭਾਰਤੀ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਦੂਜੇ ਪਾਸੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। ਬੱਚਿਓ, ਆਪਾਂ ਵਿਚਾਰ ਕਰੀਏ ਕਿ ਜਿਹੜੇ ਲਘੂ ਉਦਯੋਗ ਸੀਗੇ, ਭਾਵ ਕਿ ਜੋ ਪੂਰਾ ਕੰਮ ਉਸ ਵਿੱਚ ਮਨੁੱਖ ਆਪ ਕਰਦਾ ਸੀ, ਜੋ ਕੁਝ ਵੀ ਉਸਦੇ ਕੱਚੇ ਮਾਲ
ਨੂੰ ਲਿਆ ਕੇ ਆਪ ਹੱਥੀਂ ਤਿਆਰ ਕਰਨਾ, ਇਹ ਸਾਰਾ ਮਨੁੱਖ ਆਪ ਕਰਦਾ ਸੀ, ਜਿਸ ਕਰਕੇ ਉਹਦੀ ਮਿਹਨਤ ਵੱਧ ਆਉਂਦੀ ਸੀ ਅਤੇ ਇੱਕ ਚੀਜ਼ ਨੂੰ ਤਿਆਰ ਕਰਨ ਨੂੰ ਬਹੁਤ ਸਮਾਂ ਲੱਗਦਾ ਸੀ ਅਤੇ ਇਸ ਕਰਕੇ ਉਹਨਾਂ ਦੀ ਕੀਮਤ ਵੀ ਵੱਧ ਹੁੰਦੀ ਸੀ। ਅਤੇ ਦੂਜੇ ਪਾਸੇ ਜਿਹੜਾ ਅੰਗਰੇਜ਼ਾਂ ਦੇ ਆਉਣ ਨਾਲ ਉਦਯੋਗਿਕ ਕ੍ਰਾਂਤੀ ਆ ਗਈ, ਉਹਦੇ ਕਰਕੇ ਜਿਹੜੀਆਂ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸੀਗੀਆਂ ਉਹਨਾਂ ਦੀ ਕੀਮਤ ਬਹੁਤ ਘੱਟ ਹੁੰਦੀ ਸੀ ਅਤੇ ਉਹ ਚੀਜ਼ਾਂ ਹੱਥ ਨਾਲੋਂ ਬਣੀਆਂ ਚੀਜ਼ਾਂ ਦੇ ਨਾਲੋਂ ਜ਼ਿਆਦਾ ਦਿਲ ਖਿੱਚਵੀਆਂ ਹੁੰਦੀਆਂ ਸੀ। ਇਸ ਲਈ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਨਹੀਂ ਖਰੀਦਦੇ ਸਨ। ਇਸ ਕਰਕੇ ਭਾਰਤੀ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਸੋ ਇਹ ਵੀ ਇੱਕ ਕਾਰਨ ਰਿਹਾ ਕਿ ਵਸਤਾਂ ਦਾ ਮੁੱਲ ਵੱਧ ਹੁੰਦਾ ਸੀ ਅਤੇ ਜਿਹੜੀਆਂ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸੀ ਉਹਨਾਂ ਦਾ ਮੁੱਲ ਘੱਟ ਹੁੰਦਾ ਸੀ, ਜਿਸ ਕਰਕੇ ਹੌਲੀ ਹੌਲੀ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਜਿਵੇਂ ਸਾਡੇ ਪਿੰਡਾਂ ਦੇ ਵਿੱਚ ਭਾਂਡੇ ਲੋਕ ਆਪ ਹੱਥੀਂ ਬਣਾਉਂਦੇ ਸੀ, ਚਾਹੇ ਉਹ ਮਿੱਟੀ ਦੇ ਹੋਣ ਚਾਹੇ ਉਹ ਲੋਹੇ ਦੇ ਹੋਣ, ਪਰ ਅੰਗਰੇਜ਼ਾਂ ਦੇ ਆਉਣ ਕਰਕੇ ਉਦਯੋਗਾਂ ਵਿੱਚ ਬਣੇ ਹੋਏ ਭਾਂਡੇ ਵਧੀਆ ਹੁੰਦੇ ਸੀ। ਇਸ ਕਰਕੇ ਹੌਲੀ ਹੌਲੀ ਲੋਕ ਅਤੇ ਸਸਤੇ ਵੀ ਹੁੰਦੇ ਸੀ ਅਤੇ ਹੌਲੀ ਹੌਲੀ ਲੋਕਾਂ ਨੇ ਉਹਨਾਂ ਨੂੰ ਇਸਤੇਮਾਲ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਫਿਰ ਇਸ ਦਾ ਤੀਸਰਾ ਕਾਰਨ ਰਿਹਾ ਕਿ ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਜ਼ਿਆਦਾ ਸਾਫ਼ ਹੁੰਦੀਆਂ ਸਨ, ਦਿਲ ਖਿੱਚਵੀਆਂ ਹੁੰਦੀਆਂ ਸਨ, ਦੇਖਣ ਨੂੰ ਸੋਹਣੀਆਂ ਲੱਗਦੀਆਂ ਸਨ, ਸਾਨੂੰ ਵਰਤੋਂ ਵਿੱਚ ਆਸਾਨੀ ਹੁੰਦੀ ਸੀ। ਇਸ ਕਰਕੇ ਭਾਰਤੀ ਲੋਕ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਜ਼ਿਆਦਾ ਪਸੰਦ ਕਰਦੇ ਸਨ, ਜਿਸ ਕਰਕੇ ਲਘੂ ਉਦਯੋਗਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਲੋਕਾਂ ਦੇ ਵਿੱਚ ਜਿਹੜੀ ਮੰਗ ਸੀ ਉਹ ਮਸ਼ੀਨੀ ਵਸਤਾਂ ਦੀ ਵੱਧਦੀ ਗਈ ਅਤੇ ਇਹਦਾ ਉਲਟ ਕਾਰਨ ਇਹ ਹੋਇਆ ਕਿ ਲਘੂ ਉਦਯੋਗ ਜਿਹੜੇ ਕਿ ਆਪਣੇ ਆਪ 'ਤੇ ਨਿਰਭਰ ਉਦਯੋਗ ਸਨ, ਜਿਨ੍ਹਾਂ ਨੂੰ ਕੇਵਲ ਇਨਸਾਨ ਹੀ ਚਲਾਉਂਦਾ ਸੀ, ਉਹਨਾਂ ਦਾ ਹੌਲੀ ਹੌਲੀ ਪਤਨ ਹੋਣਾ ਸ਼ੁਰੂ ਹੋ ਗਿਆ। ਫਿਰ ਸਾਡੇ ਕੋਲ ਇਸ ਦਾ ਹੀ ਨੰਬਰ 4 ਹੈ ਕਿ ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਹੁਣ ਹੌਲੀ ਹੌਲੀ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਸਾਡੇ ਨਵੇਂ ਮੁੰਡਿਆਂ 'ਤੇ, ਨਵੀਂ ਪੀੜ੍ਹੀ 'ਤੇ, ਨਵੀਂ ਨੌਜਵਾਨੀ 'ਤੇ ਪੈਣਾ ਸ਼ੁਰੂ ਹੋ ਗਿਆ। ਦੂਜਾ, ਕਾਰਖਾਨਿਆਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਬਹੁਤ ਸਾਫ਼ ਅਤੇ ਸੁੰਦਰ ਸਨ। ਇਸ ਲਈ ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਪਸੰਦ ਨਹੀਂ ਕਰਦੇ ਸਨ। ਸੋ ਬੱਚਿਓ, ਨਵੀਂ ਪੀੜ੍ਹੀ ਹੌਲੀ ਹੌਲੀ ਪੜ੍ਹ ਲਿਖ ਕੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਉਹਨਾਂ 'ਤੇ ਮਹਿਸੂਸ ਹੋ ਰਿਹਾ ਸੀ। ਸੋ ਇਸ ਕਰਕੇ ਇਸ ਪੱਛਮੀ ਸੱਭਿਆਚਾਰ ਕਰਕੇ ਉਹ ਪੱਛਮੀ ਦੇਸ਼ਾਂ ਦੀਆਂ ਵਸਤਾਂ ਜੋ ਕਿ ਮਸ਼ੀਨਾਂ ਦੁਆਰਾ ਬਣਾਈਆਂ ਗਈਆਂ ਸਨ ਉਹਨਾਂ ਨੂੰ ਵੱਧ ਪਸੰਦ ਕਰਦੇ ਸਨ ਅਤੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਉਹ ਵਰਤੋਂ ਵਿੱਚ ਨਹੀਂ ਲਿਆ ਰਹੇ ਸਨ। ਇਸ ਦਾ ਕਾਰਨ ਇਹ ਹੋਇਆ ਕਿ ਲਘੂ ਉਦਯੋਗਾਂ ਦਾ ਹੌਲੀ ਹੌਲੀ ਪਤਨ ਸ਼ੁਰੂ ਹੋ ਗਿਆ। ਫਿਰ ਆਪਾਂ ਵੇਖਦੇ ਹਾਂ ਕਿ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਇਸ ਕਰਕੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਉਹਨਾਂ ਕਾਰਖਾਨਿਆਂ ਵਿੱਚ ਮਾਲ ਤਿਆਰ ਕਰਨ ਲਈ ਕੱਚੇ ਮਾਲ ਦੀ ਬਹੁਤ ਜ਼ਰੂਰਤ ਸੀ। ਇਸ ਜ਼ਰੂਰਤ ਨੂੰ ਇੰਗਲੈਂਡ ਦਾ ਕੱਚਾ ਮਾਲ ਪੂਰਾ ਨਾ ਕਰ ਸਕਿਆ। ਇਸ ਕਰਕੇ ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਭਾਰਤੀ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਹੋ ਜਾਣ ਕਾਰਨ ਭਾਰਤ ਦਾ ਉਦਯੋਗਿਕ ਵਿਕਾਸ ਰੁਕ ਗਿਆ। ਭਾਰਤੀ ਲਘੂ ਉਦਯੋਗ ਬੰਦ ਹੋਣ ਲੱਗੇ। ਸੋ ਬੱਚਿਓ, ਆਪਾਂ ਇੱਥੇ ਵਿਚਾਰ ਕੀਤਾ ਕਿ 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਇਸੇ ਲਈ ਇੰਗਲੈਂਡ ਦੇ ਲੋਕਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਕੱਚੇ ਮਾਲ ਦੀ ਭਾਲ ਕੀਤੀ ਅਤੇ ਆਪਣੇ ਦੇਸ਼ ਦਾ ਬਣਿਆ ਹੋਇਆ ਮਾਲ ਵੇਚਣ ਲਈ ਮੰਡੀਆਂ ਲੱਭਦੇ।
ਉਹ ਇਸੇ ਸੰਦਰਭ ਵਿੱਚ ਭਾਰਤ ਵਿੱਚ ਆਏ ਸਨ ਅਤੇ ਉਹਨਾਂ ਨੇ ਫਿਰ ਇੱਥੋਂ ਦਾ ਕੱਚਾ ਮਾਲ ਆਪਣੇ ਉਦਯੋਗਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਦਾ ਬਣਿਆ ਹੋਇਆ ਮਾਲ ਭਾਰਤ ਦੀਆਂ ਮੰਡੀਆਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸਾਡਾ ਲਘੂ ਉਦਯੋਗ ਜਿਹੜਾ ਉਹ ਪਛੜਦਾ ਗਿਆ ਅਤੇ ਉਸ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਤੋ ਆਓ ਬੱਚੇ, ਹੁਣ ਆਪਾਂ ਜਾਣਦੇ ਹਾਂ ਕਿ ਆਧੁਨਿਕ ਭਾਰਤੀ ਉਦਯੋਗ ਬਾਰੇ ਕਿ ਉਹ ਕਿਵੇਂ ਪ੍ਰਫੁੱਲਤ ਹੋਇਆ। ਅੰਗਰੇਜ਼ੀ ਸ਼ਾਸਨ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਉਦਯੋਗ ਹੇਠ ਲਿਖੇ ਸਨ। ਸਭ ਤੋਂ ਪਹਿਲਾਂ ਸਾਡੇ ਕੋਲੇ ਹੈ ਸੂਤੀ ਕੱਪੜਾ ਉਦਯੋਗ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ 1853 ਈਸਵੀ ਵਿੱਚ ਬੰਬਈ, ਜਿਸ ਨੂੰ ਅੱਜ ਕੱਲ੍ਹ ਮੁੰਬਈ ਕਿਹਾ ਜਾਂਦਾ ਹੈ, ਵਿੱਚ ਲਗਾਇਆ ਗਿਆ। ਇਸ ਤੋਂ ਬਾਅਦ 1877 ਈਸਵੀ ਵਿੱਚ ਕਪਾਹ ਦੀ ਉਪਜ ਦੇ ਬਹੁਤ ਸਾਰੇ ਖੇਤਰ ਜਿਵੇਂ ਕਿ ਅਹਿਮਦਾਬਾਦ, ਨਾਗਪੁਰ ਆਦਿ ਵਿੱਚ ਬਹੁਤ ਸਾਰੀਆਂ ਕੱਪੜਾ ਮਿੱਲਾਂ ਸਥਾਪਿਤ ਕੀਤੀਆਂ ਗਈਆਂ, ਕਿਉਂਕਿ ਇਹਨਾਂ ਇਲਾਕਿਆਂ ਵਿੱਚ ਕਾਲੀ ਮਿੱਟੀ ਬਹੁਤ ਮਿਲਦੀ ਸੀ ਅਤੇ ਕਾਲੀ ਮਿੱਟੀ ਦੀ ਮੁੱਖ ਫਸਲ ਕਪਾਹ ਹੈ, ਜੋ ਕਿ ਇੱਥੋਂ ਦੀ ਮੁੱਖ ਫਸਲ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਸੇ ਕਰਕੇ ਇੱਥੇ ਸੂਤੀ ਕੱਪੜੇ ਦੇ ਉਦਯੋਗ ਲਗਾਏ ਗਏ। 1879 ਈਸਵੀ ਵਿੱਚ ਲਗਭਗ 59 ਸੂਤੀ ਕੱਪੜਾ ਮਿੱਲਾਂ ਭਾਰਤ ਵਿੱਚ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਲਗਭਗ 43,000 ਲੋਕ ਕੰਮ ਕਰਦੇ ਸਨ। ਸੰਨ 1905 ਈਸਵੀ ਵਿੱਚ ਕੱਪੜਾ ਮਿੱਲਾਂ ਦੀ ਗਿਣਤੀ 206 ਹੋ ਗਈ ਸੀ ਅਤੇ ਇਹਨਾਂ ਵਿੱਚ ਲਗਭਗ 1,96,000 ਮਜ਼ਦੂਰ ਕੰਮ ਕਰਦੇ ਸਨ। ਫਿਰ ਸਾਡੇ ਕੋਲੇ ਪਟਸਨ ਉਦਯੋਗ ਹੈ। ਪਟਸਨ ਦਾ ਉਦਯੋਗ ਬੋਰੀਆਂ ਅਤੇ ਟਾਟ ਬਣਾਉਣ ਦੇ ਕੰਮ ਕਰਦਾ ਸੀ। ਪਟਸਨ ਇੱਕ ਰੇਸ਼ੇਦਾਰ ਫਸਲ ਹੈ। ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀ। ਇਸ ਉਦਯੋਗ ਦਾ ਪਹਿਲਾ ਕਾਰਖਾਨਾ 1854 ਈਸਵੀ ਵਿੱਚ ਸੈਰਮਪੁਰ, ਬੰਗਾਲ ਵਿਖੇ ਖੋਲ੍ਹਿਆ ਗਿਆ। ਪਟਸਨ ਉਦਯੋਗ ਸਭ ਤੋਂ ਜ਼ਿਆਦਾ ਕਾਰਖਾਨੇ ਜੋ ਹਨ ਉਹ ਬੰਗਾਲ ਪ੍ਰਾਂਤ ਵਿੱਚ ਖੋਲ੍ਹੇ ਗਏ ਸਨ। 20ਵੀਂ ਸਦੀ ਦੇ ਆਰੰਭ ਵਿੱਚ ਇਹਨਾਂ ਕਾਰਖਾਨਿਆਂ ਦੀ ਗਿਣਤੀ 36 ਹੋ ਗਈ ਸੀ। ਫਿਰ ਸਾਡੇ ਕੋਲੇ ਹੈ ਕੋਲੇ ਦੀਆਂ ਖਾਣਾਂ। ਸਾਰੇ ਨਵੇਂ ਕਾਰਖਾਨੇ ਕੋਲੇ ਨਾਲ ਚੱਲਦੇ ਸਨ। ਰੇਲਾਂ ਲਈ ਵੀ ਕੋਲਾ ਚਾਹੀਦਾ ਸੀ, ਇਸ ਲਈ ਕੋਲੇ ਦੀਆਂ ਖਾਣਾਂ ਵਿੱਚੋਂ ਕੋਲਾ ਕੱਢਣ ਵੱਲ ਖਾਸ ਧਿਆਨ ਦਿੱਤਾ ਗਿਆ। ਸੰਨ 1854 ਈਸਵੀ ਵਿੱਚ ਰਾਣੀਗੰਜ ਵਿੱਚ ਕੋਲੇ ਦੀਆਂ 2 ਖਾਣਾਂ ਸਨ। ਸੰਨ 1880 ਈਸਵੀ ਤੱਕ ਇਹਨਾਂ ਦੀ ਗਿਣਤੀ 56 ਹੋ ਗਈ ਸੀ ਅਤੇ 1885 ਈਸਵੀ ਵਿੱਚ 123 ਹੋ ਗਈ ਸੀ। ਫਿਰ ਸਾਡੇ ਕੋਲੇ ਹੈ ਬੱਚਿਓ ਨੀਲ ਉਦਯੋਗ। 18ਵੀਂ ਸਦੀ ਦੇ ਅੰਤ ਤੱਕ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ। ਯੂਰਪੀਅਨ ਨੇ ਨੀਲ ਦੇ ਵੱਡੇ ਵੱਡੇ ਬਾਗ ਲਗਾਏ, ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਕੰਮ ਕਰਨ 'ਤੇ ਲਗਾਇਆ ਗਿਆ। ਸੰਨ 1825 ਈਸਵੀ ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਬਿੱਘਾ ਜ਼ਮੀਨ ਸੀ ਅਤੇ ਸੰਨ 1879 ਈਸਵੀ ਵਿੱਚ ਬਨਾਉਟੀ ਨੀਲ ਤਿਆਰ ਹੋਣ ਕਰਕੇ 1915 ਈਸਵੀ ਵਿੱਚ ਨੀਲ ਦੀ ਖੇਤੀ ਅਧੀਨ ਕੇਵਲ 3 ਤੋਂ 4 ਲੱਖ ਬਿੱਘਾ ਜ਼ਮੀਨ ਹੀ ਰਹਿ ਗਈ ਸੀ। ਇਹ ਸਾਡਾ ਭਾਰਤੀ ਉਦਯੋਗ ਦਾ ਵਿਸਥਾਰ ਤੇ ਆਪਾਂ ਨੇ ਭਾਰਤੀ ਲਘੂ ਉਦਯੋਗਾਂ ਦੇ ਪਤਨ ਬਾਰੇ ਅੱਜ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ
ਸਾਡੇ ਘਰੇਲੂ ਉਦਯੋਗਾਂ ਦਾ ਪਤਨ ਹੁੰਦਾ ਗਿਆ, ਜੋ ਕਿ ਸਾਡੇ ਅਰਥਚਾਰੇ ਦਾ, ਸਾਡੀ ਕਮਾਈ ਦਾ ਮੂਲ ਸਾਧਨ ਸਨ, ਅਤੇ ਉਹਨਾਂ ਦੀ ਜਗ੍ਹਾ 'ਤੇ ਕਿਵੇਂ ਆਧੁਨਿਕ ਸਮਾਨ ਨੇ, ਭਾਵ ਕਿ ਜੋ ਸਮਾਨ ਉਦਯੋਗਾਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤਾ ਗਿਆ ਸੀ, ਉਸਨੇ ਕਿਵੇਂ ਸਾਡੇ ਸਮਾਜ ਵਿੱਚ ਥਾਂ ਬਣਾ ਲਈ, ਅਤੇ ਅੰਗਰੇਜ਼ ਕਿਵੇਂ ਆਪਣੀ ਨੀਤੀ ਵਿੱਚ ਕਾਮਯਾਬ ਰਹੇ ਕਿ ਉਹ ਭਾਰਤੀ ਉਦਯੋਗਾਂ ਨੂੰ ਆਪਣੇ ਆਪ ਹੀ ਖਤਮ ਕਰ ਗਏ ਅਤੇ ਆਪਣੇ ਸਮਾਨ ਨੂੰ ਵੇਚਣ ਲਈ ਭਾਰਤ ਇੱਕ ਮੰਡੀ ਦੇ ਤੌਰ 'ਤੇ ਵਰਤਣਾ ਉਹਨਾਂ ਸ਼ੁਰੂ ਕਰ ਦਿੱਤਾ। ਕਾਰਨ ਇਹ ਸੀ ਕਿ ਸਾਡਾ ਹੱਥ ਨਾਲ ਬਣਿਆ ਹੋਇਆ ਸਮਾਨ ਮਸ਼ੀਨਾਂ ਦੁਆਰਾ ਬਣਾਏ ਗਏ ਸਮਾਨ ਨਾਲੋਂ ਮਹਿੰਗਾ ਵੀ ਹੁੰਦਾ ਸੀ, ਅਤੇ ਉਸ ਦੇ ਵਿੱਚ ਓਨੀ ਸਫਾਈ ਜਾਂ ਆਪਾਂ ਇਹ ਕਹਿ ਲਈਏ ਓਨੀ ਐਕੂਰੇਸੀ ਵੀ ਨਹੀਂ ਹੁੰਦੀ ਸੀ ਜਿੰਨੀ ਕਿ ਮਸ਼ੀਨਾਂ ਦੇ ਬਣੇ ਹੋਏ ਸਮਾਨ ਵਿੱਚ ਹੁੰਦੀ ਸੀ। ਅਤੇ ਇਹ ਜਿਹੜਾ ਮਸ਼ੀਨਾਂ ਦੁਆਰਾ ਬਣਾਇਆ ਗਿਆ ਸਮਾਨ ਸੀ, ਇਹ ਸਾਨੂੰ ਜ਼ਿਆਦਾ ਦਿਲ ਖਿੱਚਵਾਂ ਲੱਗਦਾ ਸੀ, ਜਿਸ ਕਾਰਨ ਅਸੀਂ ਹੌਲੀ ਹੌਲੀ ਇਸ ਸਮਾਨ ਵੱਲ ਖਿੱਚੇ ਚਲੇ ਗਏ। ਅਤੇ ਫਿਰ ਆਪਾਂ ਆਧੁਨਿਕ ਉਦਯੋਗਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਅੰਗਰੇਜ਼ਾਂ ਨੇ ਭਾਰਤੀ ਉਦਯੋਗਾਂ ਨੂੰ ਆਧੁਨਿਕ ਉਦਯੋਗਾਂ ਵਿੱਚ ਬਦਲ ਲਿਆ ਅਤੇ ਆਪਣੇ ਕਬਜ਼ੇ ਹੇਠ ਕਰ ਲਿਆ। ਅਤੇ ਇਸ ਲਈ ਉਹਨਾਂ ਨੇ ਮਸ਼ੀਨਾਂ ਦੀ ਸਹਾਇਤਾ ਨਾਲ ਵੱਡੇ ਉਦਯੋਗ ਸਥਾਪਿਤ ਕੀਤੇ, ਜਿਨ੍ਹਾਂ ਵਿੱਚ ਸੂਤੀ ਕੱਪੜਾ ਉਦਯੋਗ, ਪਟਸਨ ਦਾ ਉਦਯੋਗ, ਕੋਲੇ ਦੀਆਂ ਖਾਣਾਂ ਨੂੰ ਇਸਤੇਮਾਲ ਕਰਨਾ, ਨੀਲ ਉਦਯੋਗ ਆਦਿ ਬਾਰੇ ਆਪਾਂ ਨੇ ਇਸ ਭਾਗ ਵਿੱਚ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਬੱਚਿਓ, ਇਸ ਪਾਠ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਲਈ ਅਸੀਂ ਤੁਹਾਡੇ ਵਾਸਤੇ ਥੋੜ੍ਹੇ ਜਿਹੇ ਪ੍ਰਸ਼ਨ ਉੱਤਰ ਵਿਧੀ ਦਾ ਸਹਾਰਾ ਲੈਂਦੇ ਹੋਏ ਆਪ ਦੇ ਨਾਲ ਅਸੀਂ ਹੁਣ ਸਾਂਝ ਕਰਾਂਗੇ ਕਿ ਅਸੀਂ ਇਸ ਪਾਠ ਨੂੰ ਹੋਰ ਕਿਵੇਂ ਵਧੀਆ ਤਰੀਕੇ ਨਾਲ ਜਾਣ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਬਹੁ ਵਿਕਲਪੀ ਪ੍ਰਸ਼ਨ ਲੈਂਦੇ ਹਾਂ, ਜਿਵੇਂ ਕਿ ਇਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈਗਾ ਕਿ ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ ਆਪਣੀਆਂ ਲੋੜਾਂ ਆਪ ਪੂਰੀਆਂ ਕਰ ਲੈਂਦੇ ਸਨ। ਅਤੇ ਉਹ ਕਿਹੜੇ ਲੋਕ ਸਨ? ਊੜੇ 'ਤੇ ਸਾਨੂੰ ਦੱਸਿਆ ਗਿਆ ਲੁਹਾਰ, ਐੜੇ 'ਤੇ ਹੈ ਜੁਲਾਹੇ, ਈੜੀ 'ਤੇ ਹੈ ਕਿਸਾਨ, ਅਤੇ ਸੱਸੇ 'ਤੇ ਹੈ ਉਪਰੋਕਤ ਸਾਰੇ। ਤਾਂ ਬੱਚਿਓ, ਇਸ ਦਾ ਜੋ ਸਹੀ ਉੱਤਰ ਹੋਵੇਗਾ ਉਹ ਸੱਸਾ ਹੋਵੇਗਾ, ਉਪਰੋਕਤ ਸਾਰੇ। ਫਿਰ ਸਾਡੇ ਕੋਲ ਦੂਜਾ ਪ੍ਰਸ਼ਨ ਹੈ, ਅੰਗਰੇਜ਼ਾਂ ਨੇ ਬਹੁਤ ਸਾਰੀਆਂ ਨੂੰ ਖਤਮ ਕਰ ਦਿੱਤਾ। ਇਸ ਦੇ ਵਿੱਚ ਸਾਡੇ ਕੋਲ ਊੜਾ 'ਤੇ ਹੈ ਰਿਆਸਤਾਂ, ਫਿਰ ਐੜਾ 'ਤੇ ਹੈ ਜਾਤਾਂ, ਈੜੀ 'ਤੇ ਹੈ ਰੀਤੀਆਂ, ਸੱਸਾ 'ਤੇ ਹੈ ਉਪਰੋਕਤ ਸਾਰੇ। ਤਾਂ ਇਸ ਦਾ ਜੋ ਸਹੀ ਉੱਤਰ ਸਾਡੇ ਕੋਲ ਹੈ ਉਹ ਬੱਚਿਓ ਹੋਵੇਗਾ ਰਿਆਸਤਾਂ। ਅੰਗਰੇਜ਼ਾਂ ਨੇ ਬਹੁਤ ਸਾਰੀਆਂ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਫਿਰ ਸਾਡੇ ਕੋਲ ਤੀਜਾ ਪ੍ਰਸ਼ਨ ਹੈ, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਹੁੰਦੀ ਸੀ। ਊੜੇ 'ਤੇ ਹੈ ਘੱਟ, ਐੜੇ 'ਤੇ ਹੈ ਵੱਧ, ਈੜੀ 'ਤੇ ਹੈ ਬਰਾਬਰ, ਜਾਂ ਸੱਸੇ 'ਤੇ ਸਾਡੇ ਕੋਲ ਹੈ ਕਿ ਇਹਨਾਂ 'ਚ ਕੋਈ ਵੀ ਨਹੀਂ। ਤਾਂ ਇਸ ਦਾ ਜੋ ਉੱਤਰ ਆਵੇਗਾ ਉਹ ਹੈ ਐੜਾ, ਵੱਧ। ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 4 ਹੈ, 18ਵੀਂ ਸਦੀ ਵਿੱਚ ਇਸ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਆਈ। ਤਾਂ ਸਾਨੂੰ ਦੇਸ਼ ਦਿੱਤੇ ਹੋਏ ਹਨ, ਊੜੇ 'ਤੇ ਭਾਰਤ ਹੈ, ਐੜੇ 'ਤੇ ਅਮਰੀਕਾ ਹੈ, ਈੜੀ 'ਤੇ ਇੰਗਲੈਂਡ ਹੈ, ਸੱਸੇ 'ਤੇ ਹੈ ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਈੜੀ ਹੈ ਕਿ 18ਵੀਂ ਸਦੀ ਵਿੱਚ ਇਸ ਇੰਗਲੈਂਡ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਆਈ। ਫਿਰ ਸਾਡੇ ਕੋਲ ਪ੍ਰਸ਼ਨ ਨੰਬਰ 5 ਹੈ, ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਬੰਬਈ ਵਿੱਚ ਲਗਾਇਆ ਗਿਆ। ਤਾਂ ਇਸ ਵਿੱਚ ਸਾਨੂੰ ਫਿਰ ਆਪਸ਼ਨਸ ਦਿੱਤੀਆਂ ਗਈਆਂ ਹਨ, ਸਾਨੂੰ ਬਹੁਤ ਵਿਕਲਪ ਦਿੱਤੇ ਹਨ। ਊੜੇ 'ਤੇ ਹੈ 1885 ਈਸਵੀ, ਐੜੇ 'ਤੇ ਹੈ 1847 ਈਸਵੀ, ਈੜੀ 'ਤੇ ਹੈ 1853 ਈਸਵੀ,
ਤੇ ਸੱਸੇ ਤੇ ਹੈ ਸਾਡੇ ਕੋਲ 1753 ਈਸਵੀ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਬੱਚਿਓ ਈੜੀ 1853 ਈਸਵੀ। ਤੋਂ ਉਸ ਤੋਂ ਬਾਅਦ ਸਾਡੇ ਕੋਲੇ ਫਿਰ ਇਸ ਪਾਠ ਨੂੰ ਅਸੀਂ ਜਾਣਨ ਦੇ ਲਈ, ਸਮਝਣ ਦੇ ਲਈ ਖਾਲੀ ਥਾਵਾਂ ਰਾਹੀਂ ਕੋਸ਼ਿਸ਼ ਕੀਤੀ ਹੈ। ਤਾਂ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਖਾਲੀ ਥਾਵਾਂ ਭਰਨ ਨਾਲ। ਭਾਰਤ ਪਿੰਡਾਂ ਅਤੇ ਸ਼ਹਿਰਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਡੈਸ਼ ਸ਼ੁਰੂ ਹੋ ਗਿਆ। ਇਸ ਵਿੱਚ ਆਏਗਾ ਪਤਨ। ਭਾਰਤ ਪਿੰਡਾਂ ਅਤੇ ਸ਼ਹਿਰਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਪਤਨ ਸ਼ੁਰੂ ਹੋ ਗਿਆ। ਫਿਰ ਸਾਡੇ ਕੋਲ 2 ਨੰਬਰ 'ਤੇ ਹੈ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਡੈਸ਼ ਹੁੰਦੀ ਸੀ। ਤਾਂ ਇਸ ਵਿੱਚ ਬੱਚਿਓ ਆਏਗਾ ਘੱਟ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। ਫਿਰ ਸਾਡੇ ਕੋਲੇ ਨੰਬਰ 3 'ਤੇ ਹੈ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਡੈਸ਼ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਜ਼ਿਆਦਾ ਸਾਫ਼ ਹੁੰਦੀਆਂ ਸਨ। ਤਾਂ ਇਸ ਵਿੱਚ ਆਏਗਾ ਲਘੂ ਉਦਯੋਗਾਂ ਦੁਆਰਾ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਜ਼ਿਆਦਾ ਸਾਫ਼ ਹੁੰਦੀਆਂ ਸਨ। ਫਿਰ ਸਾਡੇ ਕੋਲ 4 ਨੰਬਰ 'ਤੇ ਹੈ ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਡੈਸ਼ ਦਾ ਪ੍ਰਭਾਵ ਰਿਹਾ ਸੀ। ਤਾਂ ਇਸ ਵਿੱਚ ਆਏਗਾ ਪੱਛਮੀ ਸੱਭਿਆਚਾਰ। ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਫਿਰ ਸਾਡੇ ਕੋਲੇ ਨੰਬਰ 5 'ਤੇ ਹੈ ਉਦਯੋਗਿਕ ਕ੍ਰਾਂਤੀ ਕਰਕੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਵੱਡੇ ਡੈਸ਼ ਸਥਾਪਿਤ ਕੀਤੇ ਗਏ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਕਾਰਖਾਨੇ। ਉਦਯੋਗਿਕ ਕ੍ਰਾਂਤੀ ਕਰਕੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬਹੁਤ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਫਿਰ ਸਾਡੇ ਕੋਲ 6 ਨੰਬਰ 'ਤੇ ਹੈ ਜੀ ਅੰਗਰੇਜ਼ੀ ਸ਼ਾਸਨ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਡੈਸ਼ ਦੀ ਸਥਾਪਨਾ ਹੋਈ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਉਦਯੋਗਾਂ। ਅੰਗਰੇਜ਼ੀ ਸ਼ਾਸਨ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ। ਸੋ ਹੁਣ ਅੱਗੇ ਹੈ ਸਾਡੇ ਕੋਲੇ ਬੱਚਿਓ ਪ੍ਰਸ਼ਨ ਉੱਤਰ ਵਿਧੀ। ਸੋ ਉਸ ਦੇ ਲਈ ਆਪਣੇ ਕੋਲੇ ਪਹਿਲਾ ਪ੍ਰਸ਼ਨ ਹੈ ਜੀ ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਕਿਉਂ ਹੁੰਦੀ ਸੀ? ਤਾਂ ਇਸ ਦਾ ਉੱਤਰ ਹੈ ਬੱਚਿਓ ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਫਿਰ ਸਾਡੇ ਕੋਲੇ ਦੂਜਾ ਪ੍ਰਸ਼ਨ ਹੈ ਜੀ ਭਾਰਤੀ ਲੋਕ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਕਿਉਂ ਜ਼ਿਆਦਾ ਪਸੰਦ ਕਰਦੇ ਸਨ? ਭਾਰਤੀ ਲੋਕ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਕਿਉਂ ਜ਼ਿਆਦਾ ਪਸੰਦ ਕਰਦੇ ਸਨ? ਤਾਂ ਇਸ ਦਾ ਉੱਤਰ ਹੈ ਕਿਉਂਕਿ ਮਸ਼ੀਨਾਂ ਨਾਲ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਕਿਉਂਕਿ ਮਸ਼ੀਨਾਂ ਨਾਲ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਸੋ ਉਸ ਤੋਂ ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਭਾਰਤ ਵਿੱਚੋਂ ਕੱਚਾ ਮਾਲ ਕਿੱਥੇ ਜਾਣਾ ਸ਼ੁਰੂ ਹੋ ਗਿਆ ਸੀ? ਸੋ ਕੁਦਰਤੀ ਗੱਲ ਹੈ ਕਿ ਜਿੱਥੋਂ ਅੰਗਰੇਜ਼ ਆਏ ਸੀ ਉੱਥੇ ਹੀ ਕੱਚਾ ਮਾਲ ਜਾ ਰਿਹਾ ਸੀ। ਤਾਂ ਇਸ ਦਾ ਉੱਤਰ ਹੈ ਇੰਗਲੈਂਡ। ਸੋ ਉਸ ਤੋਂ ਅਗਲਾ ਸਾਡਾ ਪ੍ਰਸ਼ਨ ਹੈ ਜੀ ਭਾਰਤੀ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਨਾਲ ਕੀ ਅਸਰ ਪਿਆ? ਭਾਰਤੀ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਨਾਲ ਕੀ ਅਸਰ ਪਿਆ? ਤਾਂ ਇਸ ਦਾ ਉੱਤਰ ਹੈ ਬੱਚਿਓ ਭਾਰਤ ਦਾ ਉਦਯੋਗਿਕ ਵਿਕਾਸ ਰੁਕ ਗਿਆ। ਭਾਰਤ ਦਾ ਉਦਯੋਗਿਕ ਵਿਕਾਸ ਰੁਕ ਗਿਆ। ਫਿਰ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਕਿ ਭਾਰਤ ਵਿੱਚ 59 ਸੂਤੀ ਕੱਪੜਾ ਮਿੱਲਾਂ ਕਦੋਂ ਸਥਾਪਿਤ ਕੀਤੀਆਂ ਗਈਆਂ? ਤਾਂ ਇਸ ਦਾ ਉੱਤਰ ਹੈ ਬੱਚਿਓ 1879 ਈਸਵੀ ਵਿੱਚ। ਅਤੇ ਸਾਡੇ ਕੋਲੇ ਆਖਰੀ ਪ੍ਰਸ਼ਨ ਹੈ ਸਾਡਾ ਪ੍ਰਸ਼ਨ ਉੱਤਰ ਵਿਧੀ ਦਾ 1906 ਈਸਵੀ ਵਿੱਚ ਭਾਰਤੀ ਕੱਪੜਾ ਮਿੱਲਾਂ ਦੀ ਗਿਣਤੀ ਕਿੰਨੀ ਹੋ ਗਈ ਸੀ?
ਤਾਂ ਇਸ ਦਾ ਉੱਤਰ ਹੈ ਜੀ 206 ਮਿੱਲਾਂ। ਇਸ ਤਰ੍ਹਾਂ ਇਹ ਸਾਡੇ ਕੋਲ ਪ੍ਰਸ਼ਨ ਉੱਤਰ ਸਨ। ਹੁਣ ਆਪਾਂ ਸਹੀ ਗਲਤ ਦੀ ਨਿਸ਼ਾਨ ਲਗਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਪਾਠ ਨੂੰ ਕਿੱਥੋਂ ਤੱਕ ਸਮਝ ਸਕੇ ਹਾਂ। ਸੋ ਪਹਿਲਾ ਹੈ ਸਾਡੇ ਕੋਲੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ, ਤਾਂ ਇਸ ਦਾ ਉੱਤਰ ਹੈ ਬੱਚਿਓ ਗਲਤ। ਫਿਰ 2 ਨੰਬਰ 'ਤੇ ਸਾਡੇ ਕੋਲ ਹੈ 1879 ਈਸਵੀ ਵਿੱਚ ਸੂਤੀ ਕੱਪੜਾ ਮਿੱਲਾਂ ਵਿੱਚ 43,000 ਮਜ਼ਦੂਰ ਕੰਮ ਕਰਦੇ ਸਨ, ਤਾਂ ਇਹ ਬਿਲਕੁਲ ਸਹੀ ਹੈ। ਫਿਰ 3 ਨੰਬਰ 'ਤੇ ਹੈ ਸਾਡੇ ਪਾਸ ਕਿ ਪਟਸਨ ਦਾ ਉਦਯੋਗ ਬੋਰੀਆਂ ਅਤੇ ਟਾਟ ਬਣਾਉਣ ਦਾ ਕੰਮ ਕਰਦਾ ਸੀ, ਤਾਂ ਇਹ ਬਿਲਕੁਲ ਸਹੀ ਹੈ। ਫਿਰ 4 ਨੰਬਰ 'ਤੇ ਹੈ ਸਾਡੇ ਕੋਲੇ ਪਟਸਨ ਉਦਯੋਗ ਦੇ ਸਭ ਤੋਂ ਜ਼ਿਆਦਾ ਕਾਰਖਾਨੇ ਪੰਜਾਬ ਵਿੱਚ ਹਨ, ਤਾਂ ਇਹ ਗਲਤ ਉੱਤਰ ਹੈ ਬੱਚਿਓ। ਸਭ ਤੋਂ ਵੱਧ ਕਾਰਖਾਨੇ ਬੰਗਾਲ ਵਿੱਚ ਹਨ। ਉਸ ਤੋਂ ਅੱਗੇ ਸਾਡੇ ਪਾਸ ਹੈ 5 ਨੰਬਰ 'ਤੇ ਨਵੇਂ ਕਾਰਖਾਨੇ ਕੋਲੇ ਨਾਲ ਚੱਲਦੇ ਸਨ, ਤਾਂ ਇਹ ਬਿਲਕੁਲ ਸਹੀ ਹੈ। 6ਵੇਂ ਨੰਬਰ 'ਤੇ ਸਾਡੇ ਕੋਲ ਹੈ ਯੂਰਪੀਨਾਂ ਨੇ ਨੀਲ ਦੇ ਵੱਡੇ ਬਾਗ ਲਗਾਏ ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਕੰਮ 'ਤੇ ਲਗਾਇਆ ਗਿਆ। ਇਹ ਬਿਲਕੁਲ ਸਹੀ ਹੈ। ਇਸ ਤਰ੍ਹਾਂ ਹੁਣ ਸਾਡੇ ਪਾਸ ਸਹੀ ਮਿਲਾਨ ਹੈ ਜਿਸ ਨਾਲ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਊੜੇ ਭਾਗ ਦੇ ਵਿੱਚ ਸਾਨੂੰ ਦਿੱਤਾ ਹੈ ਦਸਤਕਾਰੀ, ਰੇਲਾਂ, ਸੂਤੀ ਕੱਪੜਾ ਮਿਲ, ਪਟਸਨ, 18ਵੀਂ ਸਦੀ, ਕੋਲੇ ਦੀਆਂ ਖਾਣਾਂ, ਅਤੇ ਐੜੇ ਭਾਗ ਵਿੱਚ ਦਿੱਤਾ ਹੋਇਆ ਹੈ 1853 ਈਸਵੀ ਲਘੂ ਉਦਯੋਗ, ਕੋਲਾ, ਰਾਣੀਗੰਜ, ਬੋਰੀਆਂ ਅਤੇ ਟਾਟ, ਨੀਲ ਉਦਯੋਗ। ਸੋ ਸਾਡੇ ਪਾਸ ਦਸਤਕਾਰੀ ਊੜੇ ਭਾਗ ਵਿੱਚੋਂ ਅਸੀਂ ਐੜੇ ਭਾਗ ਦੇ ਨਾਲ ਉਹਦਾ ਮਿਲਾਨ ਕਰਾਂਗੇ ਲਘੂ ਉਦਯੋਗ ਨਾਲ। ਫਿਰ ਸਾਡੇ ਕੋਲ ਰੇਲਾਂ ਹੈ, ਇਸ ਦਾ ਆਪਾਂ ਐੜੇ ਭਾਗ ਦੇ ਕੋਲੇ ਨਾਲ ਇਸ ਦਾ ਮਿਲਾਨ ਕਰਾਂਗੇ। ਫਿਰ ਸਾਡੇ ਪਾਸ ਹੈ ਜੀ ਸੂਤੀ ਕੱਪੜਾ ਮਿਲ, ਤਾਂ ਇਸ ਦਾ ਮਿਲਾਨ ਅਸੀਂ 1853 ਈਸਵੀ ਨਾਲ ਕਰਾਂਗੇ। ਅੱਗੇ ਸਾਡੇ ਕੋਲੇ ਪਟਸਨ ਹੈ, ਇਸ ਦਾ ਮਿਲਾਨ ਅਸੀਂ ਐੜੇ ਭਾਗ ਦੇ ਬੋਰੀਆਂ ਅਤੇ ਟਾਟ ਨਾਲ ਕਰਾਂਗੇ। ਫਿਰ ਹੈ 18ਵੀਂ ਸਦੀ, ਤਾਂ ਇਸ ਦਾ ਅਸੀਂ ਐੜੇ ਭਾਗ ਦੇ ਨਾਲ ਨੀਲ ਉਦਯੋਗ ਨਾਲ ਮਿਲਾਨ ਕਰਾਂਗੇ। ਤਾਂ ਸਭ ਤੋਂ ਅਖੀਰ ਵਿੱਚ ਸਾਡੇ ਕੋਲੇ ਕੋਲੇ ਦੀਆਂ ਖਾਣਾਂ ਹੈ ਊੜਾ ਭਾਗ ਵਿੱਚ, ਤਾਂ ਇਸ ਦਾ ਮਿਲਾਨ ਅਸੀਂ ਐੜੇ ਭਾਗ ਦੇ ਰਾਣੀਗੰਜ ਨਾਲ ਕਰਾਂਗੇ। ਸੋ ਇਹ ਸਾਨੂੰ ਤਸਵੀਰਾਂ ਵਿੱਚ ਕੁਝ ਫਸਲਾਂ ਦਿਖਾਈਆਂ ਗਈਆਂ ਹਨ, ਨੀਲ ਅਤੇ ਪਟਸਨ ਹੈ। ਉਸ ਤੋਂ ਬਾਅਦ ਬੱਚਿਓ ਆਪਾਂ ਨੇ ਇਸ ਪੂਰੇ ਪਾਠ ਵਿੱਚ ਆਪਾਂ ਨੇ ਸਾਡੇ ਲਘੂ ਉਦਯੋਗਾਂ ਦੇ ਪਤਨ ਅਤੇ ਭਾਰਤੀ ਆਧੁਨਿਕ ਉਦਯੋਗਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਿਆ ਹੈ ਕਿ ਇਸ ਜੋ ਵੀ ਅਸੀਂ ਹੁਣ ਤੱਕ ਪੜ੍ਹਿਆ ਹੈ ਉਸ ਦੀ ਦੁਹਰਾਈ ਅਸੀਂ ਛੋਟੇ ਛੋਟੇ ਪ੍ਰਸ਼ਨਾਂ ਨਾਲ, ਛੋਟੀਆਂ ਛੋਟੀਆਂ ਗਤੀਵਿਧੀਆਂ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਇਸ ਪਾਠ ਵਿੱਚ ਇਸ ਭਾਗ ਵਿੱਚ ਆਪਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਇਸ ਪਾਠ ਦਾ ਭਾਗ 1 ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਇਸ ਭਾਗ ਦੀ ਦੁਹਰਾਈ ਆਪ ਵੀ ਕਰ ਲੈਣੀ ਹੈ। ਅਗਲੀ ਵੀਡੀਓ ਵਿੱਚ ਇਸ ਪਾਠ ਦੇ ਭਾਗ 2 ਵਿੱਚ ਅਸੀਂ ਬਿੱਗਾ ਅਤੇ ਉਦਯੋਗਿਕ ਵਿਕਾਸ ਦੀ ਮਹੱਤਤਾ ਬਾਰੇ ਪੜ੍ਹਾਂਗੇ। ਓਨੀ ਦੇਰ ਤੱਕ ਤੁਸੀਂ ਇਹਨਾਂ ਪ੍ਰਸ਼ਨਾਂ ਉੱਤਰਾਂ ਨੂੰ ਆਪਣੀ ਕਾਪੀਆਂ 'ਤੇ ਲਿਖ ਲੈਣਾ ਹੈ ਅਤੇ ਆਪਣੇ ਅਧਿਆਪਕ ਸਾਹਿਬਾਨ ਤੋਂ ਚੈੱਕ ਕਰਵਾ ਲੈਣਾ ਹੈ, ਅਤੇ ਜੇਕਰ ਕੋਈ ਵੀ ਕਿਸੇ ਢੰਗ ਦਾ ਤੁਹਾਡੇ ਮਨ 'ਚ ਪ੍ਰਸ਼ਨ ਹੋਵੇ ਤੁਸੀਂ ਉਸ ਨੂੰ ਆਪਣੇ ਅਧਿਆਪਕ ਸਾਹਿਬਾਨ ਨਾਲ ਸਾਂਝਾ ਜ਼ਰੂਰ ਕਰਨਾ ਹੈ ਅਤੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸੋ ਤੁਸੀਂ ਸਾਡਾ ਮਾਣ ਹੋ, ਅਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੀਆਂ ਕਾਪੀਆਂ 'ਤੇ ਵੀ ਨੋਟ ਕਰ ਲਵੋਗੇ। ਆਪ ਸਭ ਦਾ ਮੇਰੇ ਨਾਲ ਇਸ ਪਾਠ ਵਿੱਚ ਜੁੜਨ ਦਾ ਬਹੁਤ ਬਹੁਤ ਧੰਨਵਾਦ।